ਅੰਮ੍ਰਿਤ ਛਾੜ ਲਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸੋ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਬੇਸ਼ੁਮਾਰ ਅਥਾਹ ਅਗੰਤ ਅਤੁਲੈ, ਜਿਉ ਬੁਲਾਓ ਤਿਉ ਨਾਨਕ ਦਾਸ ਬੁਲੈ। ਜਿਉ ਬੁਲਾਓ ਤਿਉ ਨਾਨਕ ਦਾਸ ਬੁਲੈ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵੇਂ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਆਖੈਂ ਵੇਦ ਪਾਠ ਪੁਰਾਨ, ਆਖੈਂ ਪੜ੍ਹੇ ਕਰੈਂ ਵਖਿਆਨ। ਆਖੈਂ ਬਰਮੇ ਆਖੈਂ ਇੰਦ, ਆਖੈਂ ਗੋਪੀ ਤੈ ਗੋਵਿੰਦ। ਆਖੈਂ ਈਸ਼ਰ ਆਖੈਂ ਸਿੱਧ, ਆਖੈਂ ਕੀਤੇ ਕੀਤੇ ਬੁੱਧ। ਆਖੈਂ ਦਾਨਵ ਆਖੈਂ ਦੇਵ, ਆਖੈਂ ਸੁਰ ਨਰ ਮੁਨ ਜਨ ਸੇਵ। ਕੀਤੇ ਆਖੈਂ ਆਖਣ ਪਾਏ, ਕੀਤੇ ਕਹਿ ਕਹਿ ਉਠ ਉਠ ਜਾਹੇ। ਇਤੇ ਕੀਤੇ ਹੋਰ ਕਰੈ,
ਸਕੈ ਕਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਦਸਾਂ ਪਾਤਸ਼ਾਹੀਆਂ ਦੀ ਪਾਵਨ ਜੋਤ ਸ਼ਬਦ ਗੁਰੂ ਜੁਗੋ ਜੁਗ ਅਟਲ, ਚੌ ਤਖਤ ਛਤਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦਿਆਂ ਗੁਰੂ ਪਿਆਰਿਆਂ ਨੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ, ਨਿਤਨੇਮ ਬਾਣੀਆਂ ਦੇ ਪਾਠ ਅਤੇ ਆਸਾਕੀ ਵਾਰ ਦੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਕਰਕੇ ਹਾਜ਼ਰੀਆਂ ਭਰੀਆਂ ਔਰ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਜਪਜੀ ਸਾਹਿਬ ਦੀ ਇੱਕ ਇੱਕ ਪੌੜੀ ਕਰਕੇ ਆਪਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ, ਸਾਂਝ ਪਾ ਰਹੇ ਹਾਂ, ਤਾਂ ਕਿ ਗੁਰੂ ਦਾ ਉਪਦੇਸ਼, ਗੁਰੂ ਦਾ ਸੰਦੇਸ਼, ਗੁਰੂ ਦੀ ਸਿੱਖਿਆ, ਗੁਰੂ ਪਾਤਸ਼ਾਹ ਜੀ ਨੇ ਜੋ ਸਾਨੂੰ ਗਾਡੀ ਰਾਹ ਪ੍ਰਦਾਨ ਕੀਤਾ, ਅਸੀਂ ਗੁਰੂ ਸਾਹਿਬ ਜੀ ਦੇ ਉਸ ਮਾਰਗ ਨੂੰ ਆਪ ਸਮਝ ਸਕੀਏ, ਉਹਦੇ ਨਾਲ ਸਾਂਝ ਬਣ ਜਾਵੇ, ਤਾਂ ਕਿ ਸਾਡਾ ਇਹ ਜੀਵਨ ਜਿਹੜਾ ਹੈ, ਇਹ ਅਜਾਈਂ ਜਿਹੜਾ ਮਾਇਆ ਮੋਹ ਵਿੱਚ ਪੈ ਕੇ, ਭਰਮ ਵਿੱਚ ਪੈ ਕੇ ਵਿਅਰਥ ਗੁਜ਼ਰ ਰਿਹਾ, ਉਹਨੂੰ ਸਾਰਥਕ ਕਰ ਸਕੀਏ। ਜਾਂ ਗੁਰੂ ਸਾਹਿਬ ਜੀ ਦੇ ਪਾਸ ਇਹ ਜੋਦੜੀ, ਇਹ ਤਰਲਾ, ਇਹ ਮਿਹਨਤ ਕਰੀਏ ਕਿ ਇਹ ਸਾਰਥਕ ਹੋ ਜਾਵੇ। ਇਸ ਭਾਵਨਾ ਦੇ ਤਹਿਤ ਆਪਾਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੀ ਸਾਂਝ ਪਾ ਰਹੇ ਹਾਂ। ਅੱਜ ਆਪਾਂ ਇਹ ਜਿਹੜੀ ਪੌੜੀ 26ਵੀਂ ਪੌੜੀ ਦਾ ਪਾਠ ਉਹਨੇ ਆਪ ਜੀ ਨੇ ਸਰਵਣ ਕੀਤਾ, ਇਸ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ, ਕਿਉਂਕਿ ਗੁਰੂ ਸਾਹਿਬ ਜੀ ਨੇ ਇੱਕ ਇੱਕ ਪੌੜੀ ਕਰਕੇ, ਇੱਕ ਇੱਕ ਸਟੈਪ ਕਰਕੇ ਸਾਨੂੰ ਜੀਵਨ ਦੀ ਸੁਚੱਜੀ ਘਾਟ ਘੜਨ ਦੀ ਇੱਕ ਰਹਿਨੁਮਾਈ ਕੀਤੀ ਹੈ। ਕਿਉਂਕਿ ਗੁਰੂ ਸਾਹਿਬ ਜੀ ਦਾ ਮਨੋਰਥ ਹੀ ਬਾਣੀ ਦਾ ਇਹ ਹੈ ਕਿ ਕਿਮ ਸਚਿਆਰਾ ਕੋਈ ਹੈ ਕਿ ਕੂੜੈ ਟੁੱਟੈ ਪਾਰ। ਕੂੜ ਦੀ ਉਹ ਕੰਧ ਕਿਵੇਂ ਦੂਰ ਹੋਵੇ, ਟੁੱਟੇ ਕਿਵੇਂ, ਕਿਉਂਕਿ ਉਹ ਫਿਜ਼ੀਕਲ ਨਹੀਂ ਹੈ। ਜਿਹੜੀ ਦਿਸਦੀ ਨਹੀਂ, ਫਿਜ਼ੀਕਲ ਨਹੀਂ, ਉਸ ਦੀਵਾਰ ਨੂੰ ਢਾਉਣਾ ਹੈ, ਤੇ ਉਹ ਢੱਠੇ ਕਿਵੇਂ ਜਿਹੜੀ ਦਿਸਦੀ ਨਹੀਂ। ਇਸ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਨੁਮਾਈ ਕੀਤੀ, ਜਦੋਂ ਤੱਕ ਉਹ ਦੀਵਾਰ ਟੁੱਟਦੀ ਨਹੀਂ ਨਾ, ਉਦੋਂ ਤੱਕ ਸਚਿਆਰ ਨਹੀਂ ਬਣ ਸਕਦਾ। ਉਸ ਸਮੇਂ ਤੱਕ ਇਹ ਸੁਚੱਜਾ ਜੀਵਨ ਨਹੀਂ ਬਣਾ ਸਕਦਾ, ਕਿਉਂਕਿ ਸਾਰੇ ਜਗਤ ਦੀ, ਸਾਰੇ ਸੰਸਾਰ ਦੀ, ਸਾਰੇ ਜੀਵਾਂ ਦੀ ਇਹ ਮੁੱਢਲੀ ਜਿਹੜੀ ਪ੍ਰੋਬਲਮ ਹੈ, ਕਿਸੇ ਇੱਕ ਜੀਵ ਜਾਂ ਕਿਸੇ ਇੱਕ ਕੌਮ ਜਾਂ ਕਿਸੇ ਇੱਕ ਇਲਾਕੇ ਦੇ ਰਹਿਣ ਵਾਲੇ ਲੋਕਾਂ ਦੀ, ਸਾਰੇ ਜੀਵਾਂ ਦੀ
ਮੇਨ ਪ੍ਰੋਬਲਮ ਜਿਹਨੂੰ ਆਪਾਂ ਈਗੋ ਪ੍ਰੋਬਲਮ ਕਹਿੰਦੇ, ਇਹ ਬੜੀ ਵੱਡੀ ਸਮੱਸਿਆ ਹੈ। ਔਰ ਉਸ ਸਮੱਸਿਆ ਦਾ ਹੱਲ ਗੁਰੂ ਸਾਹਿਬ ਜੀ ਨੇ ਸਾਨੂੰ ਬੜੇ ਸਹਿਜ ਨਾਲ, ਪਿਆਰ ਨਾਲ ਔਰ ਇੱਕ ਇੱਕ ਸਟੈਪ ਨਾਲ ਗੁਰੂ ਸਾਹਿਬ ਜੀ ਨੇ ਰਹਿਨੁਮਾਈ ਕੀਤੀ ਤੇ ਸਮਝਾਇਆ ਵੀ ਉਹਦਾ ਕੇਵਲ ਤੇ ਕੇਵਲ, ਕਿਉਂਕਿ ਉਹ ਅਣਦਿਸਦੀ ਦੀਵਾਰ ਹੈ, ਉਹ ਕੰਧ ਜਿਹੜੀ ਹੈ ਉਹ ਦਿਸਦੀ ਨਹੀਂ ਪਰ ਬਹੁਤ ਮਜ਼ਬੂਤ ਹੈ, ਬਹੁਤ ਵੱਡੀ ਹੈ। ਉਹਨੂੰ ਤੋੜਨਾ, ਉਹਨੂੰ ਪਾਰ ਕਰਨਾ, ਉਸ ਤੋਂ ਦੂਜੇ ਪਾਰ ਜਾਣਾ ਬਹੁਤ ਕਠਿਨ ਔਰ ਬਹੁਤ ਸੂਖਸ਼ਮ ਵੀ ਹੈ। ਇਸੇ ਤਰ੍ਹਾਂ ਉਸ ਸੂਖਸ਼ਮ ਦੇ ਨਾਲ ਜਿਹੜੀ ਦਿਸਦੀ ਨਹੀਂ, ਉਹਦੇ ਨਾਲ ਅਣਦਿਸਦਾ ਹੀ ਇੱਕ ਐਸਾ ਕਰਮ ਹੈ ਜਿਹਦੇ ਨਾਲ ਆਪਾਂ ਉਹ ਦੀਵਾਰ ਦੇ ਪਾਰ ਹੋ ਸਕਦੇ। ਉਹ ਹੈ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ, ਉਹਦੀ ਰਜ਼ਾ। ਰਜ਼ਾ ਵੀ ਦਿਸਦੀ ਨਹੀਂ, ਰਜ਼ਾ ਵਰਤ ਰਹੀ ਹੈ। ਜਦੋਂ ਕੋਈ ਮਨੁੱਖ ਪਰਮੇਸ਼ਰ ਦੀ ਰਜ਼ਾ ਵਿੱਚ ਆਉਣਾ ਸ਼ੁਰੂ ਕਰ ਦਿੰਦਾ, ਭਾਵੇਂ ਉਹ ਦਿਸਦੀ ਨਹੀਂ, ਉਹ ਰਜ਼ਾ ਨਹੀਂ ਦਿਸਦੀ, ਨਾ ਹੀ ਉਹ ਹਉਮੈ ਦੀ ਦੀਵਾਰ ਦਿਸਦੀ ਹੈ, ਪਰ ਰਜ਼ਾ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਤੇ ਉਹ ਦੀਵਾਰ ਨੂੰ ਸੰਨ ਲੱਗਣੀ ਸ਼ੁਰੂ ਹੋ ਜਾਂਦੀ। ਜਿਵੇਂ ਜਿਵੇਂ ਗੁਰੂ ਦੀ ਰਜ਼ਾ ਵਿੱਚ ਕੋਈ ਆਉਣਾ ਸ਼ੁਰੂ ਕਰੇਗਾ, ਉਹ ਉਸੇ ਤਰ੍ਹਾਂ ਹੀ, ਉਸੇ ਪਲ ਹੀ ਉਹਦੇ ਜੀਵਨ ਵਿੱਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਆਓ ਸਭ ਤੋਂ ਪਹਿਲਾਂ ਗੁਰਦੇਵ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰੀਏ, ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਗੁਰਦੇਵ ਦੀ ਬਖਸ਼ੀ ਹੋਈ ਗੁਰੂ ਫਤਿਹ ਦੀ ਸਾਂਝ ਪਾਈਏ। ਪਿਆਰ ਸਤਿਕਾਰ ਸਹਿਤ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪਾਵਨ ਬਚਨ ਦੇ ਅੰਦਰ ਜੋ ਸਾਹਿਬ ਜੀ ਨੇ ਫਰਮਾਇਆ ਨਾ, ਅਮੁੱਲ ਗੁਣ ਅਮੁੱਲ ਵਾਪਾਰ, ਇਹ ਬਹੁਤ ਹੀ ਕੀਮਤੀ ਹੈ। ਜਿਵੇਂ ਜਿਵੇਂ ਆਪਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਸਲਾਹ, ਜਿਵੇਂ ਪਿਛਲੀ ਪੌੜੀ ਦੇ ਅਖੀਰ ਦੇ ਵਿੱਚ ਮਹਾਰਾਜ ਜੀ ਨੇ ਆਖਿਆ ਨਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਬੜੀ ਵੱਡੀ ਮਹਾਨ ਅਵਸਥਾ ਹੈ, ਉਹ ਪਾਤਸ਼ਾਹ ਦਾ ਪਾਤਸ਼ਾਹ ਹੋ ਨਿਬੜਦਾ, ਜਿਹਨੂੰ ਪਰਮੇਸ਼ਰ ਆਪਣੀ ਸਿਫਤ ਸਲਾਹ ਬਖਸ਼ ਦਿੰਦਾ। ਇਹ ਜਿਹੜਾ ਆਪਾਂ ਕੀਰਤਨ ਕਰਦੇ ਹਾਂ, ਆਪਾਂ ਬਾਣੀ ਪੜ੍ਹਦੇ ਹਾਂ, ਇਹ ਕੀਰਤਨ ਇੱਕ ਜ਼ਰੀਆ ਹੈ, ਇੱਕ ਤਰੀਕਾ ਹੈ ਉਸ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਦਾ। ਪਰ ਜੇ ਇਹਦੇ ਪਿੱਛੇ ਰਾਗ ਜਾਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਰਾਗ ਵਿੱਚ ਪਾ ਕੇ ਬਾਣੀ ਨੂੰ ਗਾ ਕੇ ਬੜੇ ਢੰਗਾਂ ਦੇ ਨਾਲ ਆਪਾਂ ਇਹਨੂੰ ਸਵਾਰ ਕੇ ਸਜਾ ਕੇ ਪੜ੍ਹਦੇ ਹਾਂ, ਪਰ ਜਿੰਨੀ ਦੇਰ ਤੱਕ ਇਹਦੇ ਨਾਲ ਸਾਡੀ ਰੂਹ, ਸਾਡੀ ਆਤਮਾ ਜੁੜ ਕੇ ਉਸ ਪਰਮਾਤਮਾ, ਉਸ ਵਾਹਿਗੁਰੂ ਅਕਾਲ ਪੁਰਖ ਦੇ ਦਰ ਤੇ ਪੁਕਾਰ ਨਹੀਂ ਨਾ ਕਰਦੀ, ਤਾਂ ਉਦੋਂ ਤੱਕ ਉਹ ਕਰਤੇ ਦੀ ਕੀਰਤੀ ਜਾਂ ਉਹਦੀ ਸਿਫਤ ਸਲਾਹ ਨਹੀਂ ਹੋ ਨਿਬੜਦੀ। ਜਦੋਂ ਉਹ ਦੀਵਾਰ ਅੰਦਰੋਂ ਟੁੱਟਣੀ ਹੈ, ਜਦੋਂ ਭਾਵ ਅੰਦਰੋਂ ਪੈਦਾ ਹੋਣੇ ਹੈ, ਜਿਵੇਂ ਜਿਵੇਂ ਰਜ਼ਾ ਵਿੱਚ ਆ ਕੇ ਨਿਰਮਲ ਭੈ ਵਿੱਚ ਹੋ ਕੇ ਜਦੋਂ ਅਸੀਂ ਵਾਹਿਗੁਰੂ ਦੀ ਕੀਰਤੀ ਗਾਵਾਂਗੇ, ਉਹਦਾ ਜਸ ਕਰਾਂਗੇ, ਭਾਵੇਂ ਸੇਵਾ ਕਰ ਲਈਏ, ਹੱਥਾਂ ਨਾਲ ਸੇਵਾ ਕਰ ਲਈਏ, ਭਾਵੇਂ ਸੁਰਤ ਨਾਲ ਸੇਵਾ ਕਰ ਲਈਏ, ਭਾਵੇਂ ਬਾਣੀ ਪੜ੍ਹ ਲਈਏ, ਗਾ ਲਈਏ, ਵਿਚਾਰ ਲਈਏ, ਸਮਝ ਲਈਏ, ਸੁਣਾ ਲਈਏ, ਇਹਦੇ ਸਾਰੇ ਪਿੱਛੇ ਉਹ ਇੱਕ ਅੰਦਰਲੀ ਜਿਹੜੀ ਭਾਵਨਾ, ਰਜ਼ਾ ਵਿੱਚ ਆਉਣ ਦੀ ਭਾਵਨਾ, ਜਦੋਂ ਤੱਕ ਰਜ਼ਾ ਵਿੱਚ ਨਹੀਂ ਆਇਆ ਉਦੋਂ ਤੱਕ ਸਫਲਤਾ ਨਹੀਂ ਮਿਲਦੀ। ਅੰਮ੍ਰਿਤ ਛਾੜ
ਲਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸੂ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਬੇਸ਼ੁਮਾਰ ਅਥਾਹ ਅਗੰਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵੇਂ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਆਖੈਂ ਵੇਦ ਪਾਠ ਪੁਰਾਨ, ਆਖੈਂ ਪੜ੍ਹੇ ਕਰੈਂ ਵਖਿਆਨ। ਆਖੈਂ ਬਰਮੇ ਆਖੈਂ ਇੰਦ, ਆਖੈਂ ਗੋਪੀ ਤੈ ਗੋਵਿੰਦ। ਆਖੈਂ ਈਸ਼ਰ ਆਖੈਂ ਸਿੱਧ, ਆਖੈਂ ਕੀਤੇ ਕੀਤੇ ਬੁੱਧ। ਆਖੈਂ ਦਾਨਵ ਆਖੈਂ ਦੇਵ, ਆਖੈਂ ਸੁਰ ਨਰ ਮੁਨ ਜਨ ਸੇਵ। ਕੀਤੇ ਆਖੈਂ ਆਖਣ ਪਾਏ, ਕੀਤੇ ਕਹਿ ਕਹਿ ਉਠ ਉਠ ਜਾਹੇ। ਇਤੇ ਕੀਤੇ ਹੋਰ ਕਰੈ, ਤਾਂ ਆਖ ਨਾ ਸਕੈ
ਕਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਦਸਾਂ ਪਾਤਸ਼ਾਹੀਆਂ ਦੀ ਪਾਵਨ ਜੋਤ ਸ਼ਬਦ ਗੁਰੂ ਜੁਗੋ ਜੁਗ ਅਟਲ ਜਬ ਤਖਤ ਛਤਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦਿਆਂ ਗੁਰੂ ਪਿਆਰਿਆਂ ਨੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨਿਤਨੇਮ ਬਾਣੀਆਂ ਦੇ ਪਾਠ ਅਤੇ ਆਸਾਕੀ ਵਾਰ ਦੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਕਰਕੇ ਹਾਜ਼ਰੀਆਂ ਭਰੀਆਂ ਔਰ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਜਪਜੀ ਸਾਹਿਬ ਦੀ ਇੱਕ ਇੱਕ ਪੌੜੀ ਕਰਕੇ ਆਪਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ, ਸਾਂਝ ਪਾ ਰਹੇ ਹਾਂ ਤਾਂ ਕਿ ਗੁਰੂ ਦਾ ਉਪਦੇਸ਼, ਗੁਰੂ ਦਾ ਸੰਦੇਸ਼, ਗੁਰੂ ਦੀ ਸਿੱਖਿਆ, ਗੁਰੂ ਪਾਤਸ਼ਾਹ ਜੀ ਨੇ ਜੋ ਸਾਨੂੰ ਗਾਡੀ ਰਾਹ ਪ੍ਰਦਾਨ ਕੀਤਾ, ਅਸੀਂ ਗੁਰੂ ਸਾਹਿਬ ਜੀ ਦੇ ਉਸ ਮਾਰਗ ਨੂੰ ਆਪ ਸਮਝ ਸਕੀਏ, ਉਹਦੇ ਨਾਲ ਸਾਂਝ ਬਣ ਜਾਵੇ ਤਾਂ ਕਿ ਸਾਡਾ ਇਹ ਜੀਵਨ ਜਿਹੜਾ ਹੈ ਇਹ ਅਜਾਈਂ ਜਿਹੜਾ ਮਾਇਆ ਮੋਹ ਵਿੱਚ ਪੈ ਕੇ ਭਰਮ ਵਿੱਚ ਪੈ ਕੇ ਵਿਅਰਥ ਗੁਜ਼ਰ ਰਿਹਾ ਉਹਨੂੰ ਸਾਰਥਕ ਕਰ ਸਕੀਏ। ਜਾਂ ਗੁਰੂ ਸਾਹਿਬ ਜੀ ਦੇ ਪਾਸ ਇਹ ਜੋਦੜੀ ਇਹ ਤਰਲਾ ਇਹ ਮਿਹਨਤ ਕਰੀਏ ਕਿ ਇਹ ਸਾਰਥਕ ਹੋ ਜਾਵੇ। ਇਸ ਭਾਵਨਾ ਦੇ ਤਹਿਤ ਆਪਾਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੀ ਸਾਂਝ ਪਾ ਰਹੇ ਹਾਂ। ਅੱਜ ਆਪਾਂ ਇਹ ਜਿਹੜੀ ਪੌੜੀ 26ਵੀਂ ਪੌੜੀ ਦਾ ਪਾਠ ਉਹਨੇ ਆਪ ਜੀ ਨੇ ਸਰਵਣ ਕੀਤਾ ਹੈ, ਇਸ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਇੱਕ ਇੱਕ ਪੌੜੀ ਕਰਕੇ ਇੱਕ ਇੱਕ ਸਟੈਪ ਕਰਕੇ ਸਾਨੂੰ ਜੀਵਨ ਦੀ ਸੁਚੱਜੀ ਘਾਟ ਘੜਨ ਦੀ ਇੱਕ ਰਹਿਨੁਮਾਈ ਕੀਤੀ ਹੈ ਕਿਉਂਕਿ ਗੁਰੂ ਸਾਹਿਬ ਜੀ ਦਾ ਮਨੋਰਥ ਹੀ ਬਾਣੀ ਦਾ ਇਹ ਹੈ ਕਿ ਕਿਵ ਸਚਿਆਰਾ ਕੋਈ ਹੈ ਕਿ ਕੂੜੈ ਟੁੱਟੈ ਪਾਲ। ਕੂੜ ਦੀ ਉਹ ਕੰਧ ਕਿਵੇਂ ਦੂਰ ਹੋਵੇ, ਟੁੱਟੇ ਕਿਵੇਂ, ਕਿਉਂਕਿ ਉਹ ਫਿਜ਼ੀਕਲ ਨਹੀਂ ਹੈ, ਜਿਹੜੀ ਦਿਸਦੀ ਨਹੀਂ, ਫਿਜ਼ੀਕਲ ਨਹੀਂ, ਉਸ ਦੀਵਾਰ ਨੂੰ ਢਾਉਣਾ ਹੈ ਤੇ ਉਹ ਢੱਠੇ ਕਿਵੇਂ ਜਿਹੜੀ ਦਿਸਦੀ ਨਹੀਂ। ਇਸ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਨੁਮਾਈ ਕੀਤੀ, ਜਦੋਂ ਤੱਕ ਉਹ ਦੀਵਾਰ ਟੁੱਟਦੀ ਨਹੀਂ ਨਾ ਉਦੋਂ ਤੱਕ ਸਚਿਆਰ ਨਹੀਂ ਬਣ ਸਕਦਾ। ਉਸ ਸਮੇਂ ਤੱਕ ਇਸ ਸੁਚੱਜਾ ਜੀਵਨ ਨਹੀਂ ਬਣਾ ਸਕਦਾ ਕਿਉਂਕਿ ਸਾਰੇ ਜਗਤ ਦੀ, ਸਾਰੇ ਸੰਸਾਰ ਦੀ, ਸਾਰੇ ਜੀਵਾਂ ਦੀ ਇਹ ਮੁੱਢਲੀ ਜਿਹੜੀ ਪ੍ਰੋਬਲਮ ਹੈ, ਕਿਸੇ ਇੱਕ ਜੀਵ ਜਾਂ ਕਿਸੇ ਇੱਕ ਕੌਮ ਜਾਂ ਕਿਸੇ ਇੱਕ ਇਲਾਕੇ ਦੇ ਰਹਿਣ ਵਾਲੇ ਲੋਕਾਂ ਦੀ, ਸਾਰੇ ਜੀਵਾਂ ਦੀ
ਮੇਨ ਪ੍ਰੋਬਲਮ ਜਿਹਨੂੰ ਆਪਾਂ ਈਗੋ ਪ੍ਰੋਬਲਮ ਕਹਿੰਦੇ, ਇਹ ਬੜੀ ਵੱਡੀ ਸਮੱਸਿਆ ਹੈ। ਔਰ ਉਸ ਸਮੱਸਿਆ ਦਾ ਹੱਲ ਗੁਰੂ ਸਾਹਿਬ ਜੀ ਨੇ ਸਾਨੂੰ ਬੜੇ ਸਹਿਜ ਨਾਲ, ਪਿਆਰ ਨਾਲ ਔਰ ਇੱਕ ਇੱਕ ਸਟੈਪ ਨਾਲ ਗੁਰੂ ਸਾਹਿਬ ਜੀ ਨੇ ਰਹਿਨੁਮਾਈ ਕੀਤੀ ਤੇ ਸਮਝਾਇਆ ਵੀ ਉਹਦਾ ਕੇਵਲ ਤੇ ਕੇਵਲ, ਕਿਉਂਕਿ ਉਹ ਅਣਦਿਸਦੀ ਦੀਵਾਰ ਹੈ, ਉਹ ਕੰਧ ਜਿਹੜੀ ਹੈ ਉਹ ਦਿਸਦੀ ਨਹੀਂ ਪਰ ਬਹੁਤ ਮਜ਼ਬੂਤ ਹੈ, ਬਹੁਤ ਵੱਡੀ ਹੈ। ਉਹਨੂੰ ਤੋੜਨਾ, ਉਹਨੂੰ ਪਾਰ ਕਰਨਾ, ਉਸ ਤੋਂ ਦੂਜੇ ਪਾਰ ਜਾਣਾ ਬਹੁਤ ਕਠਿਨ ਔਰ ਬਹੁਤ ਸੂਖਸ਼ਮ ਵੀ ਹੈ। ਇਸ ਤਰ੍ਹਾਂ ਉਸ ਸੂਖਸ਼ਮ ਦੇ ਨਾਲ ਜਿਹੜੀ ਦਿਸਦੀ ਨਹੀਂ, ਉਹਦੇ ਨਾਲ ਅਣਦਿਸਦਾ ਹੀ ਇੱਕ ਐਸਾ ਕਰਮ ਹੈ ਜਿਹਦੇ ਨਾਲ ਆਪਾਂ ਉਹ ਦੀਵਾਰ ਦੇ ਪਾਰ ਹੋ ਸਕਦੇ। ਉਹ ਹੈ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ, ਉਹਦੀ ਰਜ਼ਾ। ਰਜ਼ਾ ਵੀ ਦਿਸਦੀ ਨਹੀਂ, ਰਜ਼ਾ ਵਰਤ ਰਹੀ ਹੈ। ਜਦੋਂ ਕੋਈ ਮਨੁੱਖ ਪਰਮੇਸ਼ਰ ਦੀ ਰਜ਼ਾ ਵਿੱਚ ਆਉਣਾ ਸ਼ੁਰੂ ਕਰ ਦਿੰਦਾ, ਭਾਵੇਂ ਉਹ ਦਿਸਦੀ ਨਹੀਂ, ਉਹ ਰਜ਼ਾ ਨਹੀਂ ਦਿਸਦੀ, ਨਾ ਹੀ ਉਹ ਹਉਮੈ ਦੀ ਦੀਵਾਰ ਦਿਸਦੀ ਹੈ, ਪਰ ਰਜ਼ਾ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਤੇ ਉਹ ਦੀਵਾਰ ਨੂੰ ਸੰਨ ਲੱਗਣੀ ਸ਼ੁਰੂ ਹੋ ਜਾਂਦੀ। ਜਿਵੇਂ ਜਿਵੇਂ ਗੁਰੂ ਦੀ ਰਜ਼ਾ ਵਿੱਚ ਕੋਈ ਆਉਣਾ ਸ਼ੁਰੂ ਕਰੇਗਾ, ਉਹ ਉਸੇ ਤਰ੍ਹਾਂ ਹੀ, ਉਸੇ ਪਲ ਹੀ ਉਹਦੇ ਜੀਵਨ ਵਿੱਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਆਓ ਸਭ ਤੋਂ ਪਹਿਲਾਂ ਗੁਰਦੇਵ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰੀਏ, ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਗੁਰਦੇਵ ਦੀ ਬਖਸ਼ੀ ਹੋਈ ਗੁਰੂ ਫਤਿਹ ਦੀ ਸਾਂਝ ਪਾਈਏ। ਪਿਆਰ ਸਤਿਕਾਰ ਸਹਿਤ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪਾਵਨ ਬਚਨ ਦੇ ਅੰਦਰ ਜੋ ਸਾਹਿਬ ਜੀ ਨੇ ਫਰਮਾਇਆ ਨਾ, ਅਮੁੱਲ ਗੁਣ ਅਮੁੱਲ ਵਾਪਾਰ, ਇਹ ਬਹੁਤ ਹੀ ਕੀਮਤੀ ਹੈ। ਜਿਵੇਂ ਜਿਵੇਂ ਆਪਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਸਲਾਹ, ਜਿਵੇਂ ਪਿਛਲੀ ਪੌੜੀ ਦੇ ਅਖੀਰ ਦੇ ਵਿੱਚ ਮਹਾਰਾਜ ਜੀ ਨੇ ਆਖਿਆ ਨਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਬੜੀ ਵੱਡੀ ਮਹਾਨ ਅਵਸਥਾ ਹੈ, ਉਹ ਪਾਤਸ਼ਾਹ ਦਾ ਪਾਤਸ਼ਾਹ ਹੋ ਨਿਬੜਦਾ, ਜਿਹਨੂੰ ਪਰਮੇਸ਼ਰ ਆਪਣੀ ਸਿਫਤ ਸਲਾਹ ਬਖਸ਼ ਦਿੰਦਾ। ਇਹ ਜਿਹੜਾ ਆਪਾਂ ਕੀਰਤਨ ਕਰਦੇ ਹਾਂ, ਆਪਾਂ ਬਾਣੀ ਪੜ੍ਹਦੇ ਹਾਂ, ਇਹ ਕੀਰਤਨ ਇੱਕ ਜ਼ਰੀਆ ਹੈ, ਇੱਕ ਤਰੀਕਾ ਹੈ ਉਸ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਦਾ। ਪਰ ਜੇ ਇਹਦੇ ਪਿੱਛੇ ਰਾਗ ਜਾਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਰਾਗ ਵਿੱਚ ਪਾ ਕੇ ਬਾਣੀ ਨੂੰ ਗਾ ਕੇ ਬੜੇ ਢੰਗਾਂ ਦੇ ਨਾਲ ਆਪਾਂ ਇਹਨੂੰ ਸਵਾਰ ਕੇ ਸਜਾ ਕੇ ਪੜ੍ਹਦੇ ਹਾਂ, ਪਰ ਜਿੰਨੀ ਦੇਰ ਤੱਕ ਇਹਦੇ ਨਾਲ ਸਾਡੀ ਰੂਹ, ਸਾਡੀ ਆਤਮਾ ਜੁੜ ਕੇ ਉਸ ਪਰਮਾਤਮਾ, ਉਸ ਵਾਹਿਗੁਰੂ ਅਕਾਲ ਪੁਰਖ ਦੇ ਦਰ ਤੇ ਪੁਕਾਰ ਨਹੀਂ ਨਾ ਕਰਦੀ, ਤਾਂ ਉਦੋਂ ਤੱਕ ਉਹ ਕਰਤੇ ਦੀ ਕੀਰਤੀ ਜਾਂ ਉਹਦੀ ਸਿਫਤ ਸਲਾਹ ਨਹੀਂ ਹੋ ਨਿਬੜਦੀ। ਜਦੋਂ ਉਹ ਦੀਵਾਰ ਅੰਦਰੋਂ ਟੁੱਟਣੀ ਹੈ, ਜਦੋਂ ਭਾਵ ਅੰਦਰੋਂ ਪੈਦਾ ਹੋਣੇ ਹੈ, ਜਿਵੇਂ ਜਿਵੇਂ ਰਜ਼ਾ ਵਿੱਚ ਆ ਕੇ, ਨਿਰਮਲ ਭੈ ਵਿੱਚ ਹੋ ਕੇ ਜਦੋਂ ਅਸੀਂ ਵਾਹਿਗੁਰੂ ਦੀ ਕੀਰਤੀ ਗਾਵਾਂਗੇ, ਉਹਦਾ ਜਸ ਕਰਾਂਗੇ, ਭਾਵੇਂ ਸੇਵਾ ਕਰ ਲਈਏ, ਹੱਥਾਂ ਨਾਲ ਸੇਵਾ ਕਰ ਲਈਏ, ਭਾਵੇਂ ਸੁਰਤ ਨਾਲ ਸੇਵਾ ਕਰ ਲਈਏ, ਭਾਵੇਂ ਬਾਣੀ ਪੜ੍ਹ ਲਈਏ, ਗਾ ਲਈਏ, ਵਿਚਾਰ ਲਈਏ, ਸਮਝ ਲਈਏ, ਸੁਣਾ ਲਈਏ, ਇਹਦੇ ਸਾਰੇ ਪਿੱਛੇ ਉਹ ਇੱਕ ਅੰਦਰਲੀ ਜਿਹੜੀ ਭਾਵਨਾ, ਰਜ਼ਾ ਵਿੱਚ ਆਉਣ ਦੀ ਭਾਵਨਾ, ਜਦੋਂ ਤੱਕ ਰਜ਼ਾ ਵਿੱਚ ਨਹੀਂ ਆਇਆ ਉਦੋਂ ਤੱਕ ਸਫਲਤਾ ਨਹੀਂ ਮਿਲਦੀ। ਅੰਮ੍ਰਿਤ ਛਾ
भिख खाई। माया मोह भरम पै भूले, सुत दारा सु प्रीत लगाई। एक उत्तम पंथ सुनियो गुर संगत, ते मिलंत जम त्रास मिटाई। एक अरदास पाठ कीरत की, गुर रामदास राखो सरनाई। एक अरदास पाठ कीरत की, गुर रामदास राखो सरनाई। बेशुमार अथाह अगंत अतुलै, ज्यों बुलाओ त्यों नानक दास बोलै। ज्यों बुलाओ त्यों नानक दास बोलै। सतनाम वाहिगुरु साहिब जीओ। अमुल गुण अमुल वापार, अमुल वापारीए अमुल भंडार। अमुल गुण अमुल वापार, अमुल वापारीए अमुल भंडार। अमुल आवें अमुल लै जाए, अमुल पाए अमुला समाहे। अमुल धर्म अमुल दीवान, अमुल तुल अमुल प्रवान। अमुल बख्शीश अमुल निशान, अमुल कर्म अमुल फरमान। अमुलो अमुल आखिया ना जाए, आख आख रहे लिव लाए। आखें वेद पाठ पुराण, आखें पढ़े करें वख्यान। आखें बर में आखें इंद, आखें गोपी तै गोविंद। आखें ईश्वर आखें सिद्ध, आखें केते कीते बुध। आखें दानव आखें देव, आखें सुर नर मुन जन सेव। केते आखें आखण पाए, केते कह कह उठ उठ जाहें। इते कीते होर करें, तां आख ना सकें कई के।
ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਦਸਾਂ ਪਾਤਸ਼ਾਹੀਆਂ ਦੀ ਪਾਵਨ ਜੋਤ ਸ਼ਬਦ ਗੁਰੂ ਜੁਗੋ ਜੁਗ ਅਟਲ, ਚੌ ਤਖਤ ਛਤਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦਿਆਂ ਗੁਰੂ ਪਿਆਰਿਆਂ ਨੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ, ਨਿਤਨੇਮ ਬਾਣੀਆਂ ਦੇ ਪਾਠ ਅਤੇ ਆਸਾਕੀ ਵਾਰ ਦੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਕਰਕੇ ਹਾਜ਼ਰੀਆਂ ਭਰੀਆਂ ਔਰ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਜਪਜੀ ਸਾਹਿਬ ਦੀ ਇੱਕ ਇੱਕ ਪੌੜੀ ਕਰਕੇ ਆਪਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ, ਸਾਂਝ ਪਾ ਰਹੇ ਹਾਂ, ਤਾਂ ਕਿ ਗੁਰੂ ਦਾ ਉਪਦੇਸ਼, ਗੁਰੂ ਦਾ ਸੰਦੇਸ਼, ਗੁਰੂ ਦੀ ਸਿੱਖਿਆ, ਗੁਰੂ ਪਾਤਸ਼ਾਹ ਜੀ ਨੇ ਜੋ ਸਾਨੂੰ ਗਾਡੀ ਰਾਹ ਪ੍ਰਦਾਨ ਕੀਤਾ, ਅਸੀਂ ਗੁਰੂ ਸਾਹਿਬ ਜੀ ਦੇ ਉਸ ਮਾਰਗ ਨੂੰ ਆਪ ਸਮਝ ਸਕੀਏ, ਉਹਦੇ ਨਾਲ ਸਾਂਝ ਬਣ ਜਾਵੇ, ਤਾਂ ਕਿ ਸਾਡਾ ਇਹ ਜੀਵਨ ਜਿਹੜਾ ਹੈ, ਇਹ ਅਜਾਈਂ ਜਿਹੜਾ ਮਾਇਆ ਮੋਹ ਵਿੱਚ ਪੈ ਕੇ, ਭਰਮ ਵਿੱਚ ਪੈ ਕੇ ਵਿਅਰਥ ਗੁਜ਼ਰ ਰਿਹਾ ਹੈ, ਉਹਨੂੰ ਸਾਰਥਕ ਕਰ ਸਕੀਏ। ਜਾਂ ਗੁਰੂ ਸਾਹਿਬ ਜੀ ਦੇ ਪਾਸ ਇਹ ਜੋਦੜੀ, ਇਹ ਤਰਲਾ, ਇਹ ਮਿੰਨਤ ਕਰੀਏ ਕਿ ਇਹ ਸਾਰਥਕ ਹੋ ਜਾਵੇ। ਇਸ ਭਾਵਨਾ ਦੇ ਤਹਿਤ ਆਪਾਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੀ ਸਾਂਝ ਪਾ ਰਹੇ ਹਾਂ। ਅੱਜ ਆਪਾਂ ਇਹ ਜਿਹੜੀ ਪੌੜੀ, 26ਵੀਂ ਪੌੜੀ ਦਾ ਪਾਠ ਆਪਣੇ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ, ਕਿਉਂਕਿ ਗੁਰੂ ਸਾਹਿਬ ਜੀ ਨੇ ਇੱਕ ਇੱਕ ਪੌੜੀ ਕਰਕੇ, ਇੱਕ ਇੱਕ ਸਟੈਪ ਕਰਕੇ ਸਾਨੂੰ ਜੀਵਨ ਦੀ ਸੁਚੱਜੀ ਘਾਟ ਘੜਨ ਦੀ ਇੱਕ ਰਹਿਨੁਮਾਈ ਕੀਤੀ ਹੈ। ਕਿਉਂਕਿ ਗੁਰੂ ਸਾਹਿਬ ਜੀ ਦਾ ਮਨੋਰਥ ਹੀ ਬਾਣੀ ਦਾ ਇਹ ਹੈ ਕਿ ਕਿਵ ਸਚਿਆਰਾ ਹੋਈਐ, ਕਿ ਕੂੜੈ ਟੁੱਟੈ ਪਾਰ। ਕੂੜ ਦੀ ਉਹ ਕੰਧ ਕਿਵੇਂ ਦੂਰ ਹੋਵੇ, ਟੁੱਟੇ ਕਿਵੇਂ? ਕਿਉਂਕਿ ਉਹ ਫਿਜ਼ੀਕਲ ਨਹੀਂ ਹੈ, ਜਿਹੜੀ ਦਿਸਦੀ ਨਹੀਂ, ਫਿਜ਼ੀਕਲ ਨਹੀਂ, ਉਸ ਦੀਵਾਰ ਨੂੰ ਢਾਉਣਾ ਹੈ। ਤੇ ਉਹ ਢੱਠੇ ਕਿਵੇਂ ਜਿਹੜੀ ਦਿਸਦੀ ਨਹੀਂ? ਇਸ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਨੁਮਾਈ ਕੀਤੀ, ਜਦੋਂ ਤੱਕ ਉਹ ਦੀਵਾਰ ਟੁੱਟਦੀ ਨਹੀਂ ਨਾ, ਉਦੋਂ ਤੱਕ ਸਚਿਆਰ ਨਹੀਂ ਬਣ ਸਕਦਾ। ਉਸ ਸਮੇਂ ਤੱਕ ਇਹ ਸੁਚੱਜਾ ਜੀਵਨ ਨਹੀਂ ਬਣਾ ਸਕਦਾ, ਕਿਉਂਕਿ ਸਾਰੇ ਜਗਤ ਦੀ, ਸਾਰੇ ਸੰਸਾਰ ਦੀ, ਸਾਰੇ ਜੀਵਾਂ ਦੀ ਇਹ ਮੁੱਢਲੀ ਜਿਹੜੀ ਪ੍ਰੋਬਲਮ ਹੈ, ਕਿਸੇ ਇੱਕ ਜੀਵ ਜਾਂ ਕਿਸੇ ਇੱਕ ਕੌਮ ਜਾਂ ਕਿਸੇ ਇੱਕ ਇਲਾਕੇ ਦੇ ਰਹਿਣ ਵਾਲੇ ਲੋਕਾਂ ਦੀ, ਸਾਰੇ ਜੀਵਾਂ ਦੀ ਇਹ ਮੇਨ ਪ੍ਰੋਬਲਮ, ਜਿਹਨੂੰ ਆਪਾਂ ਈਗੋ ਪ੍ਰੋਬਲਮ ਕਹਿੰਦੇ,
ये बड़ी वड्डी समस्या है। और उस समस्या का हल गुरु साहब जी ने सानू बड़े सहज नाल, प्यार नाल और एक एक स्टैप नाल गुरु साहब जी ने रहनुमाई की ते समझाया भी ਉਹਦਾ केवल ते केवल, क्योंकि वो अणदिसदी दीवार है, वो कंध जिहड़ी है वो दिसदी नहीं पर बहुत मजबूत है, बहुत वड्डी है। ਉਹਨੂੰ ਤੋੜਨਾ, ਉਹਨੂੰ पार करना, उस तो दूजे पार जाना बहुत कठिन और बहुत सूक्ष्म भी है। इस तरह उस सूक्ष्म दे नाल जिहड़ी दिसदी नहीं, ਉਹਦੇ नाल अणदिसदा ही एक ऐसा कर्म है जिहदे नाल आपां ਉਹ दीवार दे पार हो सकते। वो है वाहिगुरू अकाल पुरख दा हुक्म, ਉਹਦੀ रज़ा। रज़ा भी दिसदी नहीं, रज़ा वरत रही है। जदों कोई मनुख परमेश्वर की रज़ा विच आउणा शुरू कर दिंदा, भावें वो दिसदी नहीं, वो रज़ा नहीं दिसदी, ना ही वो होमे की दीवार दिसदी है, पर रज़ा विच आउणा शुरू हो जाता तो वो दीवार नूं सन लगनी शुरू हो जाती। जिवें जिवें गुरु की रज़ा विच कोई आउणा शुरू करेगा, वो उस तरह ही उस पल ही उहदे जीवन विच तब्दीलियां आउणियां शुरू हो जांदियां। आओ सब तो पहला गुरुदेव के पावन चरनां विच हाज़रियां भरीए, चित बिरतियां नूं इकागर करिए और गुरुदेव की बख्शी हुई गुरु फतेह की सांझ पाइए। प्यार सत्कार सहित प्रवान करो जी। वाहिगुरू जी का खालसा, वाहिगुरू जी की फतेह। अज दे इस पावन वचन के अंदर जो साहब जी ने फरमाया ना, अमुल गुण अमुल वापार, ये बहुत ही कीमती है। जिवें जिवें आपां उस वाहिगुरू अकाल पुरख की सिफत सलाह, जिवें पिछली पौड़ी के अखीर दे विच महाराज जी ने आख्या ना, जिसनों बख्शे सिफत सलाह नानक पातशाही पातशाह। वो बड़ी बड़ी महान अवस्था है, वो पातशाह का पातशाह हो निबड़दा, जिन्हों परमेश्वर अपनी सिफत सलाह बख्श देंदा। कि जिहड़ा आपां कीर्तन करते हैं, आपां बाणी पढ़ते हैं, कीर्तन एक जरिया है, एक तरीका है उस वाहिगुरू अकाल पुरख की सिफत सलाह करन दा। पर जे इहदे पिछे राग जां अलग अलग तरीकों के नाल राग विच पा के बाणी नूं गा के बड़े ढंगां दे नाल आपां इहनूं सवार के सजा के पढ़ते हैं, पर जिन्नी देर तक इहदे नाल साडी रूह, साडी आत्मा जुड़ के उस परमात्मा, उस वाहिगुरू अकाल पुरख दे दर ते पुकार नहीं ना करदी, तो उदों तक वो करते दी कीर्ति जां उहदी सिफत सलाह नहीं हो निबड़ती। जदों वो दीवार अंदरों टुटनी है, जदों भाव अंदरों पैदा होने हैं, जिवें जिवें रज़ा विच आके निर्मल भै विच हो के जदों असीं वाहिगुरू दी कीर्ति गावांगे, उहदा जस करांगे, भावें सेवा कर लईए, हत्थां नाल सेवा कर लईए, भावें सुरत नाल सेवा कर लईए, भावें बाणी पढ़ लईए, गा लईए, विचार लईए, समझ लईए, सुना लईए, इहदे सारे पिछे वो एक अंदरली जिहड़ी भावना, रज़ा विच आउण दी भावना, जदों तक रज़ा विच नहीं आया उदों तक सफलता नहीं मिलती।